असलामुअलैकुम की हाल है साਰਿਆਂ ਦਾ ठीक ठाक हो से ठीक है। अल्लाह ताला ਤੁਹਾਨੂੰ ਸਭ ਨੂੰ ਆਪਣੇ ਹਿਫਜ਼ ਓ ਈਮਾਨ 'ਚ ਰੱਖੇ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਮੇਰਾ ਕੋਈ ਇਰਾਦਾ ਨਹੀਂ ਹੁੰਦਾ ਕਿ ਕਿਸੇ ਭੈਣ ਭਰਾ ਦਾ ਦਿਲ ਦੁਖੇ ਜਾਂ ਮੈਂ ਕੋਈ ਗਲਤ ਗੱਲ ਕਰਾਂ। ਅਗਰ ਮੇਰੇ ਕਿਸੇ ਦਾ ਦਿਲ ਦੁਖੇ ਮੇਰੀ ਗੱਲ ਤੋਂ ਤੇ ਮੈਂ ਮਾफ़ी ਮਾਜ਼ਰਤ ਚਾਹੁੰਦਾ, ਕਿਉਂਕਿ ਮੈਂ ਇਰਾਦੇ ਨਾਲ ਕੋਈ ਗੱਲ ਨਹੀਂ ਕਰਦਾ। ਪੁਰਾਣੇ ਦੌਰ ਦੀਆਂ ਗੱਲਾਂ ਤੁਸੀਂ ਵੀ ਬੜੇ ਸ਼ੌਕ ਨਾਲ ਸੁਣਦੇ ਹੋਵੋਗੇ ਤੇ ਮੈਂ ਆਪੂ ਬੜੇ ਸ਼ੌਕ ਨਾਲ ਸੁਣਨਾ। ਜਿਹੜੇ ਪੁਰਾਣੇ ਬਜ਼ੁਰਗ ਨੇ ਜਿਨ੍ਹਾਂ ਤੇ ਨਾਨਾ ਜਾਂ ਦਾਦਾ ਸਲਾਮਤ ਹੈ, ਉਹਨਾਂ ਕੋਲੋਂ ਬਹਿ ਜਾਂਦੇ ਨੇ, ਉਹ ਖੁਸ਼ ਨਸੀਬ ਨੇ, ਉਹਨਾਂ ਨੂੰ ਪਿਆਰ ਮਿਲ ਜਾਂਦਾ। ਜਵਾਨ ਕਹਿੰਦਾ ਮੇਰਾ ਤੇ ਮੇਰੇ ਦਾਦੇ ਦਾ ਬੜਾ ਪਿਆਰ ਹੈ ਆਪਸ 'ਚ। ਕਹਿੰਦਾ ਮੇਰੇ ਦਾਦੇ ਦੇ 3 ਪੁੱਤਰ ਹੈ ਤੇ 2 ਜਿਹੜੇ ਮੇਰੇ ਦਾਦੇ ਦੇ ਪੁੱਤਰ ਨੇ ਉਹਨਾਂ ਦੇ ਘਰ ਸੀ ਧੀਆਂ। ਖੈਰ ਧੀਆਂ ਕਿਹਦੀਆਂ ਤੇ ਪੁੱਤਰ ਕਿਹਦੇ, ਅੱਲਾਹ ਤਾਲਾ ਦੀ ਦੇਣ ਹੈ। ਪੁਰਾਣੇ ਦੌਰ ਦੇ ਬੰਦੇ ਇਹ ਗੱਲ ਬੜੀ ਮਹਿਸੂਸ ਕਰਦੇ ਸੀ, ਕਹਿੰਦੇ ਸੀ ਨਹੀਂ ਸਾਨੂੰ ਪੁੱਤਰ ਹੀ ਚਾਹੀਦਾ। ਲੇਕਿਨ ਆਮ ਤੌਰ 'ਤੇ ਜਿਹੜੇ ਹੁਣ ਦੌਰ ਜਾ ਰਿਹਾ ਇਹਦੇ 'ਚ ਕੋਈ ਬੰਦਾ ਫ਼ਰਕ ਮਹਿਸੂਸ ਨਹੀਂ ਕਰਦਾ ਧੀ ਕਿਹੜੀ ਤੇ ਪੁੱਤਰ ਕਿਹੜੀ। ਕਹਿੰਦਾ ਬਹਰਹਾਲ ਨਾ ਮੇਰਾ ਜਿਹੜਾ ਬਜ਼ੁਰਗ ਨੇ ਨਾ ਉਹਨਾਂ ਦੇ ਘਰ ਔਲਾਦ ਕੋਈ ਨਹੀਂ ਸੀ। ਕਹਿੰਦਾ ਬੜੀ ਦੇਰ ਬਾਅਦ ਮੈਂ ਪੈਦਾ ਹੋਇਆ। ਕਹਿੰਦਾ ਫਿਰ ਦਾਦੇ ਮੇਰੇ ਨੇ ਪੂਰੇ ਪਿੰਡ 'ਚ ਮਠਿਆਈ ਵੰਡੀ। ਕਹਿੰਦਾ ਦਾਦਾ ਮੇਰਾ ਬੜਾ ਖੁਸ਼ ਆਇਆ, ਢੋਲ ਲਿਆ ਕੇ ਖੁਸਰੇ ਨਚਾਏ। ਕਹਿੰਦਾ ਉਹਨੇ ਦਾਦੇ ਨੇ ਬੜਾ ਜਸ਼ਨ ਕੀਤਾ। ਕਹਿੰਦਾ ਦਾਦੇ ਨੇ ਮੱਝ ਦਾ ਤਾਜ਼ਾ ਦੁੱਧ ਲਿਆ ਕੇ ਮੈਨੂੰ ਪਿਲਾਣਾ ਤੇ ਕਹਿੰਦਾ ਇਤਨਾ ਮੇਰਾ ਚਾਅ ਕਰਦਾ ਸੀ। ਕਹਿੰਦਾ ਜਿਉਂ ਜਿਉਂ ਮੈਂ ਵੱਡਾ ਆਇਆ ਫਿਰ ਦਾਦੇ ਨੇ ਦੇਸੀ ਘਿਓ 'ਚ ਆਪੂ ਭੋਰੇ ਕੁੱਟ ਕੇ, ਕਿਸੇ ਦੇ ਭਰੋਸਾ ਨਾ ਕਰਨਾ, ਤੇ ਕਹਿੰਦਾ ਦਾਦੇ ਨੇ ਮੈਨੂੰ ਆਪੂ ਖਵਾਲਣਾ। ਕਹਿੰਦਾ ਇੰਨਾ ਮੇਰਾ ਕਰਦਾ ਸੀ। ਕਹਿੰਦਾ ਜਿਉਂ ਜਿਉਂ ਵੱਡਾ ਹੁੰਦਾ ਗਿਆ ਤੇ ਦਾਦਾ ਮੇਰਾ ਕਹਿੰਦਾ ਪੁੱਤਰ ਤੂੰ ਕੋਡੀ ਖੇਡਣੀ ਹੈ। ਮੈਨੂੰ ਪਤਾ ਕੌਣ ਸੀ, ਲੇਕਿਨ ਦਾਦੇ ਨੇ ਮੇਰੀ ਖੁਰਾਕ ਚੰਗੀ ਰੱਖੀ ਤੇ ਮੈਨੂੰ ਪ੍ਰੈਕਟਿਸ ਵੀ ਨਾਲ ਕਰਾਉਂਦਾ ਰਿਹਾ। ਕਹਿੰਦਾ ਇਤਨਾ ਮੇਰਾ ਦਾਦਾ ਕਰਦਾ ਸੀ ਮੇਰਾ। ਕਹਿੰਦਾ ਬੜੇ ਉਹਨੇ ਚਾਅ ਕੀਤੇ ਨੇ। ਕਹਿੰਦਾ ਬਹਰਹਾਲ ਕੋਈ ਥੋੜ੍ਹਾ ਵੱਡਾ ਹੋਇਆ, ਕੋਡੀ ਸ਼ੋਡੀ ਵੀ ਖੇਡੀ। ਕਹਿੰਦਾ ਮੈਂ ਮੁੜਿਆ ਨੂੰ ਤੱਕ ਕੇ ਨਾ, ਮੈਂ ਕਿਹਾ ਦਾਦਾ ਮੈਂ ਬਾਹਰ ਜਾਣਾ। ਕਹਿੰਦਾ ਬਹਰਹਾਲ ਦਾਦਾ ਜੀ ਮੰਨਣ ਕੋ ਨਾ ਕਿ ਤੂੰ ਬਾਹਰ ਨਹੀਂ ਜਾਣਾ। ਕਹਿੰਦਾ ਬਹਰਹਾਲ ਨਾ ਮੈਂ ਉਹਨਾਂ ਨੂੰ ਮਜਬੂਰ ਕੀਤਾ, ਰਾਤੀ ਕੋਲ ਜਾ ਕੇ ਲੰਮਾ ਪੈ ਰਹਿਣਾ। ਕਹਿੰਦਾ ਬਹਰਹਾਲ ਉਹ ਨਾ ਰਾਜ਼ੀ ਹੋ ਗਏ, ਕਹਿੰਦੇ ਸਹੀ ਆ ਤੂੰ ਟੁਰ ਜਾ। ਬਹਰਹਾਲ ਕਹਿੰਦਾ ਇਕੱਲਾ ਮੈਂ ਮੁੜਾ ਸਾਂ, ਸਾਰੇ ਖਾਨਦਾਨ 'ਚ ਬਈ ਉਹਨਾਂ ਦੇ ਖੂਨ ਤੋਂ ਅੱਗੇ ਨਸਲ ਦਾ ਜਿਹੜਾ। ਕਹਿੰਦਾ ਬਹਰਹਾਲ ਨਾ ਉਹਨਾਂ ਮੈਨੂੰ ਬਾਹਰ ਕੱਢ ਦਿੱਤਾ। ਕਹਿੰਦਾ ਮੈਂ ਬਾਹਰ ਆ ਗਿਆ ਤੇ ਫਿਰ ਕਹਿੰਦਾ ਹੋਇਆ ਇੰਝ ਕਿ ਪਿੱਛੋਂ ਜਿਹੜੇ ਦਾਦਾ ਰੀ ਨਾ, ਕਹਿੰਦਾ ਦਾਦੇ ਮੇਰੇ ਨੂੰ ਸ਼ੌਕ ਜਿਹੜਾ ਨਾ ਡੰਗਰਾਂ ਦਾ ਬੜਾ ਸ਼ੌਕ ਹੈ, ਮੱਝਾਂ ਦਾ ਖਾਸ ਕਰ। ਕਹਿੰਦਾ ਜੇ ਕਿਸੇ ਨੇ ਨਵੀਂ ਮੱਝ ਲਿਆਉਣੀ ਹੈ ਨਾ ਤੇ ਦਾਦੇ ਨੇ ਜਾ ਕੇ ਉੱਥੇ ਕੋਲ ਬਹਿ ਰਹਿਣਾ। ਕਹਿੰਦਾ ਚਾਹੇ ਪੂਰੀ ਰਾਤ ਸੁਬਾਹ 4-5 ਵੱਜ ਜਾਣੇ ਨੇ, ਉਸ ਮੱਝ ਦੇ ਬਾਰੇ 'ਚ ਹੀ ਗੱਲਾਂ ਹੁੰਦੀਆਂ ਰਹਿਣੀਆਂ ਨੇ। ਇਹਦੀ ਪੂਛਲ ਤੱਕੋ ਦੇ, ਲੱਤਾਂ ਕਿੰਜ ਨੇ ਦੀਆਂ ਤੇ ਫਲਾਣਾ ਕਿੰਜਾਂ ਦੇ। ਕਹਿੰਦਾ ਇਤਨਾ ਸ਼ੌਕ ਹੈ ਮੇਰੇ ਦਾਦੇ ਨੂੰ। ਕਹਿੰਦਾ ਜਿੱਥੇ ਵੀ ਕਿਸੇ ਰਿਸ਼ਤੇਦਾਰ ਨੇ ਲਿਆਉਣੀ ਹੈ ਨਾ ਮੱਝ ਜਾਂ ਕੋਈ ਡੰਗਰ, ਤੇ ਕਹਿੰਦਾ ਦਾਦੇ ਮੇਰੇ ਨੇ ਉੱਥੇ ਪਹੁੰਚ ਜਾਣਾ ਜੋ ਮਰਜ਼ੀ ਹੋ ਜਾਏ। ਕਹਿੰਦਾ ਹੁਣ ਆਸਤਾ ਆਸਤਾ ਉਹਨਾਂ ਦੀ ਉਮਰ ਵੀ ਵਾਹਵਾ ਹੋਈ ਹੈ ਤੇ ਕਹਿੰਦਾ ਜੇ ਕਿਤੇ ਜਾਣਾ ਹੋਵੇ ਨਾ ਤੇ ਦਾਦਾ ਮੇਰਾ ਇੰਝ ਕਰਦਾ ਆ 2 ਦਿਨ ਪਹਿਲਾਂ ਹੀ ਕੱਪੜੇ ਆਪਣੇ ਧਵਾ ਕੇ ਤਹਿਮਤ ਸ਼ਹਿਮਤ ਕੁੜਤਾ ਸ਼ੁਰਤਾ ਤਿਆਰ ਕਰਵਾ ਲੈਂਦਾ, ਮਗਰ ਲਾ ਕੇ ਸਾਰਿਆਂ ਦੇ ਵੀ ਮੇਰੇ ਕੱਪੜੇ ਤਿਆਰ ਕਰ ਦਿਓ ਮੈਂ ਜਾਣਾ। ਕਹਿੰਦਾ ਹੋਇਆ ਇਸ ਤਰ੍ਹਾਂ ਕਿ ਸਾਡੇ ਇੱਕ ਰਿਸ਼ਤੇਦਾਰ ਨੇ ਵਾਹਵਾ ਦੂਰ ਰਹਿੰਦੇ। ਕਹਿੰਦਾ ਪਤਾ ਲੱਗਾ ਜੀ ਉਹਨਾਂ ਮੱਝਾਂ ਲੈਂਦੀਆਂ ਤੇ ਬੜਾ ਮੱਝਾਂ ਦੁੱਧ ਦਿੰਦੀਆਂ ਨੇ। ਕਹਿੰਦਾ ਦਾਦੇ ਨੂੰ ਕਿਸੇ ਆ ਕੇ ਦੱਸਿਆ ਤੇ ਦਾਦਾ ਆਂਦਾ ਮੈਂ ਮੱਝਾਂ ਤੱਕਣ ਜਾਣਾ ਉੱਥੇ। ਉਹ ਆਂਦੇ ਨੇ ਕਿ ਇੰਨੀ ਦੂਰ ਜਾਓਗੇ, ਗੜੀਆਂ ਦੇ ਧੱਕੇ ਖਾਂਦੇ ਜਾਓਗੇ, ਰਹਿਣ ਦਿਓ। ਉਹਨਾਂ ਆਖਿਆ ਨਾ ਮੈਂ ਜਾਣਾ ਹੀ ਜਾਣਾ। ਕਹਿੰਦਾ ਮੇਰੀ ਤੇ ਦਾਦੇ ਦੀ ਰੋਜ਼ ਗੱਲ ਹੁੰਦੀ ਫੋਨ 'ਤੇ। ਕਹਿੰਦਾ ਗੱਲ ਕਰਦੇ ਰਹਿੰਦੇ ਸਨ, ਲੇਕਿਨ ਦਾਦੇ ਦੀ ਥੋੜ੍ਹੀ ਨਜ਼ਰ ਜਿਹੜੀ ਹੈ ਨਾ ਉਹ ਕਮਜ਼ੋਰ ਹੈ। ਕਹਿੰਦਾ ਉਹਨਾਂ ਇਹੀ ਕੰਮ ਕੀਤਾ 2 ਦਿਹਾੜੇ ਪਹਿਲਾਂ ਉਹਨਾਂ ਤਹਿਮਤ ਸ਼ਹਿਮਤ ਧਵਾ ਕੁੜਤਾ ਧਵਾ ਤੇ ਕਹਿੰਦੇ ਜੀ ਮੈਂ ਜਾਣਾ ਉੱਥੇ। ਕਹਿੰਦਾ ਢੇਰ ਆਖਿਆ ਕੋਈ ਬੰਦਾ ਨਾਲ ਹੈ। ਉਹਨਾਂ ਆਖਿਆ ਨਾ ਮੈਂ ਇਕੱਲਾ ਹੀ ਜਾਵਾਂਗਾ ਕਿ ਅੱਗੇ ਮੈਂ ਨਹੀਂ ਜਾਂਦਾ। ਕਹਿੰਦੇ ਬਹਰਹਾਲ ਦਾਦਾ ਨਿਕਲ ਗਏ ਘਰੋਂ। ਕਹਿੰਦੇ ਬਹਿ ਗਏ ਬੱਸ 'ਚ ਬਹਿ ਗਏ ਤੇ ਕਹਿੰਦੇ ਜੀ ਮੈਂ ਸ਼ਾਮਾਂ ਤੱਕ ਜਿਹੜਾ ਨਾ ਵਾਪਸ ਆ ਜਾਵਾਂਗਾ। ਕਹਿੰਦੇ ਸ਼ਾਮ ਵੀ ਗੁਜ਼ਰ ਗਈ। ਕਹਿੰਦਾ ਕੋਈ ਬਾਰਿਸ਼ ਲੱਗੀ ਤੇ ਕਹਿੰਦੇ ਸੁਬਾਹ ਅਸੀਂ ਕਿ ਚਲੋ ਨਹੀਂ ਰਾਤ ਰਹਿ ਪਈ ਹੋਣਾ, ਰਾਹ ਲਿਆ ਹੋਣਾ ਰਾਤ। ਕਹਿੰਦੇ ਚਲੋ ਜੀ ਸੁਬਾਹ ਆ ਜਾਣਗੇ। ਕਹਿੰਦਾ ਮੈਂ ਫਿਰ ਫੋਨ ਕੀਤਾ, ਦਾਦੇ ਹੋਰੀ ਵਾਪਸ ਆਏ ਨੇ। ਕਹਿੰਦਾ ਮੈਂ ਵੀ ਦਾਦੇ ਰਾਂ ਦਾ ਭਰੋਸਾ ਨਹੀਂ ਖਾਂਦਾ ਆ। ਕਹਿੰਦਾ ਮੈਂ ਪਤਾ ਕੀਤਾ ਦਾਦੇ ਹੋਰੀ ਆਏ ਨੇ ਵਾਪਸ। ਕਹਿੰਦੇ ਜੀ ਕੋਈ ਨਹੀਂ ਆਏ ਵਾਪਸ। ਕਹਿੰਦਾ ਮੈਂ ਕਿਹਾ ਜਾ ਕੇ ਪਤਾ ਕਰੋ। ਕਹਿੰਦੇ ਇੰਨੀ ਤੇਜ਼ ਬਾਰਿਸ਼ ਲੱਗੀ ਅਸੀਂ ਕਿੱਥੋਂ ਪਤਾ ਕਰੀਏ। ਉਹਨਾਂ ਆਖਿਆ ਜੂੰ ਜਾਣ ਦਿਓ ਦਾਦੇ ਰਾਂ ਦਾ ਪਤਾ ਕਰਕੇ ਆਓ। ਕਹਿੰਦਾ ਮੈਂ ਫਿਰ ਬਜ਼ੁਰਗਾਂ ਨੂੰ ਟੋਰਿਆ ਤੇ ਸਾਰਿਆਂ ਨੂੰ ਮਗਰ ਲਾਇਆ, ਮੁੰਡਿਆਂ ਨੂੰ ਆਖਿਆ ਵੀ ਮੇਰੇ ਦਾਦੇ ਰਾਂ ਦਾ ਪਤਾ ਕਰੋ। ਕਹਿੰਦਾ ਜੀ ਉਹਨਾਂ ਪਤਾ ਕੀਤਾ ਸਾਰਾ ਅੱਗੇ ਪਿੱਛੇ। ਉਹਨਾਂ ਆਖਿਆ ਦਾਦਾ ਰੀ ਤੇ ਉੱਥੇ ਵੀ ਕੋਈ ਨਹੀਂ ਗਏ, ਮੱਝਾਂ ਤੱਕਣ ਵੀ ਨਹੀਂ ਉੱਥੇ ਗਏ। ਕਹਿੰਦਾ ਮੈਂ ਹੋਰ ਪਰੇਸ਼ਾਨ ਹੋ ਗਿਆ। ਕਹਿੰਦਾ ਮੈਂ ਕਿਹਾ ਪਤਾ ਕਰੋ ਕਿਸੇ ਰੋਡ 'ਤੇ ਐਕਸੀਡੈਂਟ ਹੋਇਆ ਹੋਵੇ ਜਾਂ ਕੋਈ ਮਸਲਾ ਹੋਇਆ ਹੋਵੇ। ਉਹ ਕਹਿੰਦੇ ਜੀ ਪਤਾ ਕੀਤਾ ਕਿਧਰੇ ਕੋਈ ਐਕਸੀਡੈਂਟ ਨਹੀਂ, ਕੋਈ ਕੁਝ ਨਹੀਂ। ਕਹਿੰਦਾ ਮੈਂ ਹੋਰ ਪਰੇਸ਼ਾਨ ਹੋ ਗਿਆ। ਕਹਿੰਦਾ ਮੈਂ ਕਿਹਾ ਮੈਂ ਆਉਣ ਲੱਗਾ ਵਾਪਸ। ਕਹਿੰਦਾ ਮੇਰੇ ਬਜ਼ੁਰਗ ਕਹਿੰਦੇ ਠਹਿਰ ਜਾ ਕੋਈ ਨਹੀਂ ਮਸਲਾ ਸੀ ਪਤਾ ਕਰ। ਉਹਨੇ ਆਖਿਆ ਨਾ ਮੈਂ ਆਉਣ ਲਿਆ ਵਾਪਸ। ਕਹਿੰਦਾ ਮੈਂ ਵਾਪਸ ਟੁਰ ਗਿਆ। ਕਹਿੰਦਾ ਮੈਂ ਵਾਪਸ ਢੂੰਡਣਾ ਸ਼ੁਰੂ ਕਰ ਦਿੱਤਾ, ਇੱਧਰੋਂ ਉੱਧਰ ਪੁਲਿਸ ਥਾਣੇ ਗਿਆ, ਉਹਨਾਂ ਨੂੰ ਪੁੱਛਿਆ। ਉਹਨਾਂ ਆਖਿਆ ਜੀ ਸਾਨੂੰ ਕੀ ਪਤਾ ਹੋਵੇ, ਰਿਪੋਰਟ ਲਿਖਾ ਦਿੱਤੀ। ਕਹਿੰਦੇ ਜੀ ਉਹ ਢੂੰਡਿਆ ਕੋਨਾ ਦਾਦਾ ਲੱਭਾ। ਕਹਿੰਦਾ 6-7 ਦਿਨ ਬਾਅਦ ਜਿਹੜਾ ਨਾ ਤੇ ਜਿਸ ਬਾਰਿਸ਼ ਮੱਠੀ ਹੋਈ ਕਹਿੰਦਾ ਦਾਦੇ ਹੋਰੀ ਆਪੂ ਘਰ ਆ ਗਏ।
ਕਹਿੰਦਾ ਜਿਸਲੇ ਘਰ ਆਏ ਨਾ ਤੇ ਮੈਂ ਕੁੱਟ ਕੇ ਕਲਾਵਾ ਮਾਰਿਆ ਤੇ ਮੈਂ ਰੋਣ ਲੱਗ ਪਿਆ। ਕਹਿੰਦਾ ਟਾਵਾਂ ਮਾਰ ਕੇ ਮੈਂ ਰੋਣ ਲੱਗ ਪਿਆ ਹੈਂ। ਤੇ ਦਾਦੇ ਰੀ ਕਹਿੰਦਾ ਥਾਪੜਾ ਮਾਰ ਕੇ ਤੂੰ ਕਿੱਥੋਂ ਆ ਗਏ ਹੈਂ। ਕਹਿੰਦਾ ਦਾਦਾ ਤੂੰ ਤੇ ਮੇਰੀ ਜਾਨ ਹੀ ਕੱਢ ਲਈ। ਕਹਿੰਦਾ ਕਿਉਂ ਕੀ ਹੋਈ? ਕਹਿੰਦਾ ਦਾਦਾ ਜੀ ਕਿੱਧਰ ਟੁਰ ਗਏ ਸੋ? ਕਹਿੰਦਾ ਯਾਰ ਜਾਣਾ ਕਿੱਥੇ ਹੈ, ਤੂੰ ਬੱਸ 'ਤੇ ਬੈਠਾ, ਮੇਰੀ ਅੱਖ ਲੱਗ ਗਈ ਹੈ। ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਾ, ਮੈਂ ਜੇ ਪਿੰਡ ਦਾ ਉਹਨੂੰ ਦੱਸਿਆ ਵੀ ਆ ਕਨੈਕਟਰ ਨੂੰ ਕਿ ਮੈਂ ਇੱਥੇ ਲੈਣਾ। ਕਹਿੰਦਾ ਉਹਨੇ ਮੈਨੂੰ ਲਏ ਹੀ ਨਹੀਂ, ਉਹ ਅਗਾਂਹ ਲੈ ਗਿਆ ਮੈਨੂੰ। ਕਹਿੰਦਾ ਅਗਲੇ ਪਿੰਡ ਜਿੱਥੇ ਖੜਿਆ ਸੀ ਉੱਥੇ ਮੈਨੂੰ ਲਾਇਆ ਤੇ ਮੈਂ ਕਿਹਾ ਤੂੰ ਮੈਨੂੰ ਕਿੱਥੇ ਲੈ ਆਏ? ਕਹਿੰਦਾ ਜੀ ਹੁਣ ਅਸੀਂ ਕੁਝ ਨਹੀਂ ਕਰ ਸਕਦੇ। ਕਹਿੰਦਾ ਉੱਥੇ ਮੈਨੂੰ ਲਾਇਆ ਤੇ ਵਾਪਸੀ ਦੀ ਕੋਈ ਨਾ ਵੈਗਨ ਨਾ ਕੋਈ ਰਕਸ਼ਾ ਤੇ ਕਹਿੰਦਾ ਨਾ ਬੱਸ ਵਾਪਸੀ ਦੀ। ਕਹਿੰਦਾ ਫਿਰ ਉਹ ਖੋਖੇ ਵਾਲੇ ਨੂੰ ਮੈਂ ਆਖਿਆ ਤੇ ਖੋਖੇ ਵਾਲਾ ਮੈਨੂੰ ਘਰ ਲੈ ਗਿਆ ਆਪਣੇ। ਕਹਿੰਦਾ ਘਰ ਖੜੇ ਹੋ ਤੇ ਜਿਸ ਸੁਬਾਹ ਉੱਠੇ ਤੇ ਨਾਲਾ ਆਇਆ ਬੜਾ ਵੱਡਾ ਤੇ ਕਹਿੰਦਾ ਕੋਈ ਗੱਡੀ ਉਰਾਂ ਅੱਗੇ ਪਿੱਛੇ ਨਹੀਂ ਹੁੰਦੀ। ਕਹਿੰਦਾ ਫਿਰ ਮੈਂ ਉਹਦੇ ਘਰ ਰਿਹਾ ਜਿੰਨੀ ਦੇਰ ਤੱਕ ਨਾਲਾ ਥੱਲੇ ਨਹੀਂ ਹੋਇਆ, ਗੱਡੀਆਂ ਨਹੀਂ ਚੱਲੀਆਂ, ਚਿੱਕੜ ਖਤਮ ਨਹੀਂ ਹੋਇਆ ਤੇ ਤਾਂ ਮੈਂ ਉੱਥੋਂ ਨਿਕਲ ਕੇ ਆਇਆ। ਦਾਦਾ ਜੀ ਤੁਸਾਂ ਤੇ ਸਾਡੀ ਜਾਨ ਹੀ ਕੱਢ ਲਈ ਸੀ। ਬੜੇ ਬੜੇ ਬੰਦੇ ਪਿਆਰ ਕਰਦੇ ਨੇ ਆਪਣੇ ਬਜ਼ੁਰਗਾਂ ਨਾਲ, ਕਿਉਂਕਿ ਜਿਨ੍ਹਾਂ ਦੇ ਤੇ ਹੈ ਨੇ ਦਾਦੇ ਜਾਂ ਨਾਨੇ ਤੇ ਉਹਨਾਂ ਨਾਲ ਪਿਆਰ ਕਰਦੇ ਨੇ, ਖੁਸ਼ ਨਸੀਬ ਨੇ। ਆਮ ਤੌਰ 'ਤੇ ਜਿਹੜਾ ਦੌਰ ਜਾ ਰਿਹਾ ਇਹਦੇ 'ਚ ਕਿੱਥੇ ਬੰਦੇ ਕਿਸੇ ਨੂੰ ਪਿਆਰ ਕਰਦੇ ਨੇ ਤੇ ਬਹੁਤ ਘੱਟ ਉਮਰਾਂ ਰਹਿ ਗਈਆਂ ਨੇ। ਤੇ ਇਸ ਵਾਸਤੇ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਪਿਆਰ ਕਰਨਾ ਚਾਹੀਦਾ ਉਹਨਾਂ ਨਾਲ। ਜੇ ਹੈ ਨੇ ਤੇ ਬੜੇ ਅਨਮੋਲ ਨੇ ਤੁਹਾਡੇ ਕੋਲ, ਤੇ ਉਹਨਾਂ ਦੀ ਇੱਜ਼ਤ ਕਰੋ ਤੇ ਉਹਨਾਂ ਨਾਲ ਪਿਆਰ ਕਰੋ, ਉਹਨਾਂ ਦੀ ਸਿਹਤ ਦਾ ਖਿਆਲ ਰੱਖਿਆ ਕਰੋ, ਜੋ ਕੁਝ ਹੋਵੇ ਉਹਨਾਂ ਵਾਸਤੇ ਕਰਿਆ ਕਰੋ। ਮੇਰੀ ਵੀਡੀਓ ਅਗਰ ਅੱਛੀ ਲੱਗੇ ਤਾਂ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ ਹੈ। ਬੜੀ ਮੁਸ਼ਕਿਲ ਨਾਲ ਵੀਡੀਓ ਬਣਦੀ ਹੈ, 20-25 ਵਾਰੀ ਕੱਟ ਕੇ ਤੇ ਫਿਰ ਵੀਡੀਓ ਬਣਦੀ ਹੈ। ਤੇ ਇਸ ਵਾਸਤੇ ਵੀਡੀਓ ਅੱਛੀ ਲੱਗੇ ਤੇ ਪਲੀਜ਼ ਲਾਈਕ ਕਰਿਆ ਕਰੋ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਦੁਆਵਾਂ 'ਚ ਯਾਦ ਰੱਖਿਓ ਤੇ ਅੱਲਾ ਹਾਫਿਜ਼।